ਲਵਪ੍ਰੀਤ ਸੁਸਾਈਡ ਮਾਮਲੇ 'ਚ ਆਇਆ ਵੱਡਾ ਮੋੜ। ਬੇਅੰਤ ਕੌਰ ਦੇ ਪਰਿਵਾਰ ਨੇ ਕੀਤਾ ਵੱਡਾ ਖੁਲਾਸਾ। ਲੋਕਾਂ ਸਾਹਮਣੇ ਲੈ ਕੇ ਆਏ ਲਵਪ੍ਰੀਤ ਦਾ ਸੁਸਾਈਡ ਨੋਟ। ਵਿਆਹ ਤੋਂ 1 ਮਹੀਨੇ ਬਾਅਦ ਲਿਖੇ ਨੋਟ ਨੇ ਘੁਮਾ ਦਿੱਤੀ ਸਾਰੀ ਕਹਾਣੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਮੈਂ ਹਾਂ ਮਿੱਕੀ ਜੇਕਰ। ਲਵਪ੍ਰੀਤ ਸੁਸਾਈਡ ਕੇਸ ਦਾ ਮਾਮਲਾ ਲਗਾਤਾਰ ਸੁਰਖੀਆਂ ਦੇ ਵਿੱਚ ਚੱਲ ਰਿਹਾ है तो थानू दस दईए कि इस केस की कहानी लगातार किसी तणपत्तल लगती नहीं दिखाई दे रही। बहुत लोग ने ਜਿਹੜੇ कि इस मामले ਦੇ ਵਿੱਚ ਬੇਅੰਤ ਕੌਰ ਨੂੰ ਵਿਦੇਸ਼ ਤੋਂ ਡਿਪੋਰਟ ਕਰਨ ਦੀਆਂ ਗੱਲਾਂ ਕਰ ਰਹੇ ਨੇ ਤੇ ਦੂਜੇ ਪਾਸੇ ਲਵਪ੍ਰੀਤ ਦੀ ਫੈਮਿਲੀ ਵੱਲੋਂ ਵੀ ਬੇਅੰਤ ਕੌਰ ਤੇ ਉਸ ਦੇ ਸੁਸਾਈਡ ਨੂੰ ਲੈ ਕੇ ਉਸ ਨੂੰ ਜ਼ਿੰਮੇਦਾਰ ਠਹਿਰਾਇਆ ਜਾ ਰਿਹਾ ਹੈ। ਤੇ ਉੱਥੇ ਹੀ ਹੁਣ ਬੇਅੰਤ ਕੌਰ ਦੀ ਫੈਮਿਲੀ ਵੱਲੋਂ ਵੀ ਇੱਕ ਵੱਡਾ ਖੁਲਾਸਾ ਕੀਤਾ ਗਿਆ। ਉਹਨਾਂ ਵੱਲੋਂ ਡੇਲੀ ਪੋਸਟ ਦੇ ਨਾਲ ਇੱਕ ਸੁਸਾਈਡ ਨੋਟ ਅਤੇ ਕੁਝ ਚੈਟਾਂ ਸਾਂਝੇ ਕੀਤੇ ਗਏ ਨੇ, ਜਿਸ ਦੇ ਵਿੱਚ ਕੀ ਲਿਖਿਆ ਹੋਇਆ ਤੁਹਾਨੂੰ ਪੜ੍ਹ ਕੇ ਦੱਸਦੇ ਹਾਂ। ਆਖਿਰ ਕੀ ਕਾਰਨ ਸੀ, ਕਿਉਂ ਲਵਪ੍ਰੀਤ ਨੇ ਸੁਸਾਈਡ ਕੀਤਾ ਸੀ ਅਤੇ ਕਿਉਂ ਇਹ ਸੁਸਾਈਡ ਨੋਟ ਲਿਖਿਆ ਹੈ, ਤਾਂ ਤੁਹਾਨੂੰ ਪਹਿਲਾਂ ਪੜ੍ਹ ਕੇ ਸੁਣਾਉਂਦੇ ਹਾਂ। ਤਾਂ ਸੁਸਾਈਡ ਨੋਟ ਦੇ ਵਿੱਚ ਲਵਪ੍ਰੀਤ ਲਿਖਦਾ ਹੈ ਕਿ ਮੈਂ ਸਾਰੇ ਜਣਿਆਂ ਤੋਂ ਮਾਫੀ ਮੰਗਦਾ ਹਾਂ, ਆਪਣੀ ਜ਼ਿੰਦਗੀ ਨੂੰ ਅਲਵਿਦਾ कह रहा हाँ। मैनू अपनी जिंदगी कुछ रीजनस करके नहीं पसंद। सारिਆਂ मैं रिक्वेस्ट करता हाँ कि बेअंत ने मैनू कुछ नहीं कहा, मेरी कोई भी लड़ाई नहीं बेअंत नाल। सारिਆਂ बेनती आ कि बेअंत उत्ते कोई इल्ज़ाम गुस्सा बेअंत नू कुछ ना कहा जावे। बेअंत मैनू बहुत प्यार करती है, ਉਹਦੇ ਨਾਲ मैं खुश हाँ। मैं कुछ ਆਪਦੀ रीजनस करके जिंदगी छड़ रहा हाँ ਅਤੇ जो उसकी फर्स्ट ਸਮੈਸਟਰ ਦੀ ਫੀਸ ਰਹਿੰਦੀ ਹੈ ਉਹ ਮੇਰੀ ਫੈਮਿਲੀ ਭਰੇਗੀ। ਮੈਂ ਆਪਣੇ ਮਾਤਾ ਪਿਤਾ ਰਿਸ਼ਤੇਦਾਰਾਂ ਅਤੇ ਬੇਅੰਤ ਮੇਰੀ ਰਾਣੀ ਸਾਰਿਆਂ ਤੋਂ ਮਾਫੀ ਮੰਗਦਾ ਹਾਂ। ਮੈਂ ਗਲਤ ਕੰਮ ਖੁਦਕੁਸ਼ੀ ਕਰ ਰਿਹਾ ਹਾਂ, ਹੋ ਸਕਿਆ ਤਾਂ ਮੈਨੂੰ ਮਾਫ ਕਰ ਦਿਓ, ਧੰਨਵਾਦ। ਤਾਂ ਇਸ ਤਰ੍ਹਾਂ ਦੇ ਨਾਲ ਲਵਪ੍ਰੀਤ ਨੇ ਜਿਹੜਾ ਕਿ ਇਹ ਸੁਸਾਈਡ ਨੋਟ ਉਸ ਦੇ ਬੇਅੰਤ ਕੌਰ ਦੇ ਭਰਾ ਵੱਲੋਂ ਸਾਂਝਾ ਕੀਤਾ ਗਿਆ ਹੈ, ਉਸ ਦੇ ਮੁਤਾਬਕ ਉਸ ਦੇ ਵਿੱਚ ਉਸਨੇ ਕਿਹਾ ਹੈ ਕਿ ਉਸ ਦਾ ਬੇਅੰਤ ਕੌਰ ਦੇ ਨਾਲ ਕਿਸੇ ਤਰ੍ਹਾਂ ਦਾ ਝਗੜਾ ਨਹੀਂ ਸੀ ਤੇ ਉਹ ਕੁਝ ਪਰਸਨਲ ਰੀਜ਼ਨਸ ਕਰਕੇ ਉਸਨੇ ਸੁਸਾਈਡ ਕੀਤਾ ਹੈ। ਤੇ ਉੱਥੇ ਹੀ ਤੁਹਾਨੂੰ ਦੱਸ ਦਿੰਦੇ ਆ ਕੁਝ ਚੈਟਾਂ ਵੀ ਨਹੀਂ ਕਿ ਇਸ ਜਦੋਂ ਇਹ ਬੇਅੰਤ ਕੌਰ ਉਸਦੀ ਭੈਣ ਨਾਲ ਇਹ ਸੁਸਾਈਡ ਨੋਟ ਸਾਂਝੀ ਕਰਦੀ ਹੈ ਤੇ ਕਹਿੰਦੀ ਹੈ ਕਿ ਉਸਨੇ ਮੈਨੂੰ ਸਾਂਝਾ ਕੀਤਾ ਤਾਂ ਕੀ ਗੱਲਬਾਤ ਹੁੰਦੀ ਹੈ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਆਪਣੀ ਤੁਹਾਡੇ ਸਕਰੀਨ ਤੇ। ਤਾਂ ਇਸ ਤਰ੍ਹਾਂ ਦੇ ਨਾਲ ਲਵਪ੍ਰੀਤ ਵਿਆਹ ਤੋਂ ਠੀਕ 1 ਮਹੀਨੇ ਬਾਅਦ ਜਦੋਂ ਇਹ ਸੁਸਾਈਡ ਨੋਟ ਬੇਅੰਤ ਕੌਰ ਨੂੰ ਸੈਂਡ ਕਰਦਾ ਹੈ ਤਾਂ ਉਹ ਘਬਰਾ ਜਾਂਦੀ ਹੈ ਤੇ ਇਸ ਬਾਰੇ ਉਹ ਲਵਪ੍ਰੀਤ ਦੀ ਭੈਣ ਦੇ ਨਾਲ ਗੱਲਬਾਤ ਕਰਦੀ ਹੈ ਤੇ ਕਹਿੰਦੀ ਹੈ, ਹਾਂਜੀ ਦੀ ਲਾਡੀ ਨੂੰ ਪਤਾ ਨਹੀਂ ਕੀ ਹੋਇਆ ਹੈ, ਮੈਨੂੰ ਕੱਲ੍ਹ ਆ ਫੋਟੋ ਭੇਜੀ ਸੀ ਤੇ ਕਹਿੰਦੀ ਹੈ ਉਹਨੂੰ ਨਾ ਦੱਸਿਓ ਕੁਛ ਵੀ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਿਆ ਤੇ ਕਹਿੰਦੀ ਹੈ ਉਹਨੂੰ ਪੁੱਛ ਵੀ ਲਓ ਕੋਈ ਪ੍ਰੋਬਲਮ ਆ, ਕਿਉਂ ਕਰਦਾ ਇੱਦਾਂ ਦੀਆਂ ਹਰਕਤਾਂ। ਜਿਸ ਤੋਂ ਬਾਅਦ ਲਵਪ੍ਰੀਤ ਦੀ ਭੈਣ ਉਸ ਨੂੰ ਓਕੇ ਕਹਿੰਦੀ ਹੈ, ਜਿਸ ਤੋਂ ਬਾਅਦ ਉਹ ਕਹਿੰਦੀ ਹੈ ਤੁਸੀਂ ਗੱਲ ਕਰਕੇ ਵੇਖ ਲਿਓ। ਜਿਸ ਤੋਂ ਬਾਅਦ ਲਵਪ੍ਰੀਤ ਦੀ ਭੈਣ ਕਹਿੰਦੀ ਹੈ ਕਿ ਇਹ ਸੁਸਾਈਡ ਨੋਟ ਉਸਨੇ ਕਦੋਂ ਉਸ ਨੂੰ ਭੇਜਿਆ ਸੀ ਤੇ ਉਹ ਕਹਿੰਦੀ ਹੈ ਕਿ ਜਦੋਂ ਉਹ ਕੰਮ ਤੇ ਸੀ ਉਸ ਨੂੰ ਕੱਲ੍ਹ ਜਾਣੀ ਕਿ 24 ਸਤੰਬਰ 2019 ਨੂੰ ਭੇਜਿਆ ਸੀ। ਜਿਸ ਤੋਂ ਬਾਅਦ ਇਹ ਗੱਲਬਾਤ ਅੱਗੇ ਵੱਧਦੀ ਹੈ। ਜਿਸ ਤੋਂ ਬਾਅਦ ਲਵਪ੍ਰੀਤ ਦੀ ਸਿਸਟਰ ਰਿਪਲਾਈ ਕਰਦੀ ਹੈ ਕਿ ਮੈਂ ਗੱਲ ਕਿਵੇਂ ਕਰੂੰ, ਉਹ ਤਾਂ ਕਹੋ ਕਿ ਕੋਈ ਪ੍ਰੋਬਲਮ ਨਹੀਂ ਆ। ਤੇ ਫਿਰ ਇਸੇ ਦੇ ਨਾਲ ਉਹ ਬੇਅੰਤ ਕੌਰ ਨੂੰ ਪੁੱਛਦੀ ਹੈ ਕਿ ਉਸਨੇ ਫੀਸ ਕਿੰਨੀ ਪਾਈ ਹੈ ਤਾਂ ਬੇਅੰਤ ਕੌਰ ਦੱਸਦੀ ਹੈ ਕਿ ਮੇਰੇ ਕੋਲ $5400 ਭੇਜੇ ਗਏ ਨੇ। ਤੇ ਇਸ ਦੇ ਨਾਲ ਹੀ ਗੱਲਬਾਤ ਜਦੋਂ ਅੱਗੇ ਵੱਧਦੀ ਹੈ ਤਾਂ ਉਹ ਕਹਿੰਦੀ ਹੈ ਕੋਈ ਗੱਲ ਨਹੀਂ, ਮੈਂ ਉਸ ਦੇ ਨਾਲ ਗੱਲ ਕਰਾਂਗੀ। ਤਾਂ ਇੱਕ ਵਾਰ ਫਿਰ ਤੋਂ ਉਸ ਦੀ ਨਨਾਣ ਬੇਅੰਤ ਕੌਰ ਨੂੰ ਪੁੱਛਦੀ ਹੈ ਕਿ ਤੁਹਾਡੇ 'ਚ ਪੱਕਾ ਕੋਈ ਪ੍ਰੋਬਲਮ ਤਾਂ ਨਹੀਂ। ਤਾਂ ਬੇਅੰਤ ਕੌਰ ਕਹਿੰਦੀ ਹੈ ਦੀ ਇੱਕ ਵਾਰ ਪਹਿਲਾਂ ਵੀ ਇੱਦਾਂ ਕਰਦਾ ਸੀ, ਉਦੋਂ ਵੀ ਮੈਂ ਮਸਾਂ ਹੀ ਸਮਝਾਇਆ। ਤਾਂ ਇਸ ਦੇ ਰਿਪਲਾਈ ਦੇ ਵਿੱਚ ਉਸ ਦੀ ਨਨਾਣ ਕਹਿੰਦੀ ਹੈ ਕਿ ਤੂੰ ਸਮਝਾ ਕੇ ਰੱਖਣਾ ਹੈ ਤੇ ਬੇਅੰਤ ਕੌਰ ਕਹਿੰਦੀ ਹੈ ਮੈਂ ਕਿਹਾ ਮੈਂ ਦੀਦੀ ਨੂੰ ਦੱਸੂੰ ਤੇ ਕਹਿੰਦਾ ਫਿਰ ਮੈਂ ਸੱਚੀ ਕੁਝ ਕਰ ਲਵਾਂ। ਤਾਂ ਉਸ ਦੀ ਭੈਣ ਕਹਿੰਦੀ ਹੈ ਕਿ ਪਾਗਲ ਦਾ ਪਤਾ ਨਹੀਂ ਕੁਝ, ਤੇਰੀ ਗੱਲ ਜ਼ਿਆਦਾ ਸੁਣਦਾ ਹੈ। ਜਿਸ ਤੋਂ ਬਾਅਦ ਬੇਅੰਤ ਕੌਰ ਕਹਿੰਦੀ ਹੈ ਦੀ ਬਹੁਤ ਟੈਨਸ਼ਨ ਹੁੰਦੀ ਹੈ, ਹੁਣ ਇੱਥੇ ਮੇਰੇ ਕੋਲ ਤਾਂ ਕੋਈ ਵੀ ਨਹੀਂ, ਉਹਦੇ ਕੋਲ ਤਾਂ ਸਾਰੇ ਜਣੇ ਨੇ। ਲਵਪ੍ਰੀਤ ਦੀ ਸਿਸਟਰ ਕਹਿੰਦੀ ਹੈ ਮੈਂ ਇੱਕ ਦਿਨ ਉਸ ਦਾ ਸਟੋਰੀ ਵੇਖ ਕੇ ਮੈਸੇਜ ਕੀਤਾ ਸੀ ਤਾਂ ਮੈਨੂੰ ਕਹਿ ਦਿੰਦਾ ਕਿ ਕੋਈ ਪ੍ਰੋਬਲਮ ਨਹੀਂ ਹੈ। ਤਾਂ ਇਸ ਤੋਂ ਬਾਅਦ ਬੇਅੰਤ ਕੌਰ ਕਹਿੰਦੀ ਹੈ ਕਿ ਉਹਨੂੰ ਕੋਈ ਪ੍ਰੋਬਲਮ ਆਏ ਤਾਂ ਸ਼ੇਅਰ ਕਰ ਲਵੇ। ਜਿਸ ਤੋਂ ਬਾਅਦ ਉਸ ਦੀ ਲਵਪ੍ਰੀਤ ਦੀ ਭੈਣ ਹਾਮੀ ਭਰਦੀ ਹੈ ਤੇ ਬੇਅੰਤ ਕੌਰ ਕਹਿੰਦੀ ਹੈ ਕਿ ਟੈਨਸ਼ਨ ਨਾਲ ਮੇਰਾ ਰੋਜ਼ ਸਿਰ ਦੁਖਦਾ ਹੈ, ਪਤਾ ਨਹੀਂ ਕੀ ਹੋਇਆ ਲਵਪ੍ਰੀਤ ਨੂੰ। ਤਾਂ ਇਸ ਦੇ ਰਿਪਲਾਈ ਦੇ ਵਿੱਚ ਲਵਪ੍ਰੀਤ ਦੀ ਸਿਸਟਰ ਕਹਿੰਦੀ ਹੈ ਉਹਨੂੰ ਕਹੇ ਕਿ ਮੈਂ ਇੰਨੀ ਦੂਰ ਹਾਂ, ਇੱਦਾਂ ਨਾ ਕਰਿਆ ਕਰੇ ਵੀ ਮੈਂ ਇਕੱਲੀ ਵੀ ਹਾਂ।
ਉਹਨੂੰ ਆਪ ਸਮਝ ਜਾਣਾ ਚਾਹੀਦਾ ਹੈ ਕਿ ਮੈਂ ਕਿੰਨੀ ਵਾਰ ਉਸ ਨੂੰ ਕਹਾਂ। ਜਿਸ ਤੋਂ ਬਾਅਦ ਲਵਪ੍ਰੀਤ ਦੀ ਭੈਣ ਹਾਮੀ ਭਰਦੀ ਹੈ ਤੇ ਕਹਿੰਦੀ ਹੈ ਕੋਈ ਗੱਲ ਨਹੀਂ, ਮੈਂ ਗੱਲ ਕਰੂੰ। ਇਸ ਦੇ ਨਾਲ ਇੱਕ ਹੋਰ ਚੈਟ ਦੇ ਵਿੱਚ ਬੇਅੰਤ ਕੌਰ ਲਵਪ੍ਰੀਤ ਦੀ ਭੈਣ ਦੇ ਨਾਲ ਇਹ ਵੀ ਗੱਲ ਸਾਂਝੀ ਕਰਦੀ ਹੈ ਕਿ ਕਿਸ ਤਰ੍ਹਾਂ ਦੇ ਨਾਲ ਜਦੋਂ ਇਸ ਸੁਸਾਈਡ ਨੋਟ ਬਾਰੇ ਲਵਪ੍ਰੀਤ ਦੇ ਦੋਸਤਾਂ ਨੂੰ ਪਤਾ ਲੱਗਦਾ ਹੈ ਤਾਂ ਕਿਸ ਤਰ੍ਹਾਂ ਦੇ ਨਾਲ ਲਵਪ੍ਰੀਤ ਦੇ ਦੋਸਤ ਲਵਪ੍ਰੀਤ ਦੇ ਫੋਨ ਰਾਹੀਂ ਉਸ ਨੂੰ ਮੈਸੇਜ ਕਰਦੇ ਨੇ ਤੇ ਫੋਨ ਵੀ ਕਰਦੇ ਨੇ ਤੇ ਉਸ ਦੇ ਨਾਲ ਗੱਲਬਾਤ ਕਰਨ ਲਈ ਕਹਿੰਦੇ ਨੇ ਤੇ ਕਹਿੰਦੇ ਨੇ ਕਿ ਜੇ ਲਵਪ੍ਰੀਤ ਨੇ ਅਜਿਹਾ ਕੁਝ ਕੀਤਾ ਤਾਂ ਉਹਨਾਂ ਨਾਲੋਂ ਬੁਰਾ ਕੋਈ ਵੀ ਨਹੀਂ ਹੋਵੇਗਾ। ਤਾਂ ਇਹ ਸਾਰੀਆਂ ਚੀਜ਼ਾਂ ਨੇ ਇੱਕ ਵਾਰ ਇਸ ਮਾਮਲੇ ਨੂੰ ਫੇਰ ਘੁਮਾ ਕੇ ਰੱਖ ਦਿੱਤਾ ਹੈ। ਸਾਰੀ ਕਹਾਣੀ ਨੂੰ ਇੱਕ ਵਾਰ ਫਿਰ ਇੱਕ ਨਵਾਂ ਮੋੜ ਦੇ ਦਿੱਤਾ ਹੈ। ਪਰ ਇਸ ਮਾਮਲੇ ਦੇ ਵਿੱਚ ਕੌਣ ਸੱਚਾ ਹੈ ਕੌਣ ਝੂਠਾ ਹੈ ਇਹ ਤਾਂ ਸਾਰਾ ਮਾਮਲਾ ਜਿਹੜੀ ਜਾਂਚ ਆ ਉਸ ਤੋਂ ਬਾਅਦ ਹੀ ਪਤਾ ਲੱਗੇਗਾ। ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਮੈਡਮ ਮਨੀਸ਼ਾ ਗੁਲਾਟੀ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਮਾਮਲੇ ਦੇ ਵਿੱਚ ਦੋਸ਼ੀ ਕੌਣ ਹੈ, ਕੌਣ ਪੀੜਤ ਹੈ ਤੇ ਕੌਣ ਵਿਕਟਿਮ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਫਿਲਹਾਲ ਹੋਰ ਅਪਡੇਟ ਲਈ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।